ਦੋਸਤੀ आओ 14ਵੀਂ पावन अष्टपदी ਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ। ਆਰੰਭਤਾ ਵਿੱਚ ਮਹਾਰਾਜ ਸ਼ਲੋਕ ਅੰਦਰ ਫਰਮਾਨ ਕਰਦੇ ਨੇ, ਸ਼ਲੋਕ ਤਜੋ ਸਿਆਨਪ ਸੁਰਜਨਹੁ ਸਿਮਰਹੁ ਹਰ ਹਰ ਰਾਏ, ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਾਉ ਜਾਏ। ਤਜੋ ਸਿਆਨਪ ਸੁਰਜਨਹੁ, हे ਭਲੇ ਪੁਰਸ਼ੋ ਤੁਸੀਂ ਆਪਣੀ ਸਿਆਣਪ ਦਾ ਤਿਆਗ ਕਰੋ। ਸਿਮਰੋ ਹਰ ਹਰ ਰਾਏ, ਹਰੀ ਰਾਜੇ ਨੂੰ ਤੁਸੀਂ ਸਿਮਰਨਾ ਕਰੋ। ਕਿਸੇ ਵੀ ਚੀਜ਼ ਦਾ ਤਿਆਗ ਕਰਨਾ ਬੜਾ ਕਠਿਨ ਹੁੰਦਾ ਹੈ। ਭਾਵੇਂ ਉਹ ਦੁਨੀਆ ਦੇ ਅੰਦਰ ਕੋਈ ਇੰਨੀ ਬੇਸ਼ਕੀਮਤੀ ਚੀਜ਼ ਨਾ ਹੋਵੇ, ਮਾਮੂਲੀ ਚੀਜ਼ ਹੋਵੇ ਤੇ ਉਹਦਾ ਵੀ ਤਿਆਗ ਕਰਨਾ ਬੜਾ ਕਠਿਨ ਹੋ ਜਾਂਦਾ ਹੈ। ਫਿਰ ਇੱਥੇ ਤਾਂ ਮਹਾਰਾਜ ਉਸ ਚੀਜ਼ ਦੀ ਤਿਆਗ ਦੀ ਗੱਲ ਕਰ ਰਹੇ ਨੇ ਜਿਹਦਾ ਤਿਆਗ ਕਰਨਾ ਬੜਾ ਕਠਿਨ ਹੈ, ਔਖਾ ਹੈ। ਉਹ ਹੈ ਬੰਦੇ ਦੀ ਸਿਆਣਪ। ਸਿਆਣਪ ਤੋਂ ਭਾਵ ਇਹ ਹੈ ਬੰਦੇ ਦੀਆਂ ਚਲਾਕੀਆਂ, ਚਤੁਰਾਈਆਂ, ਜਿਸ ਕਰਕੇ ਸਮਾਜ ਦੇ ਅੰਦਰ ਮਨੁੱਖ ਦੋ ਰੂਪਾਂ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਇੱਕ ਉਹ ਕਿ ਜੋ ਬਾਹਰੋਂ ਹੈ ਉਹ ਅੰਦਰੋਂ ਨਹੀਂ, ਤੇ ਜੋ ਅੰਦਰੋਂ ਹੈ ਉਹ ਬਾਹਰੋਂ ਨਹੀਂ। ਆਪਣੀਆਂ ਚਲਾਕੀਆਂ ਸਿਆਣਪਾਂ ਦੇ ਬਲਬੂਤੇ ਤੇ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹਰ ਕਿਸੇ ਮਨੁੱਖ ਨੂੰ ਧੋਖਾ ਦੇਣ ਲੱਗ ਜਾਂਦਾ ਹੈ। ਇਹ ਸਮਝਦਾ ਹੈ ਕਿ ਮੇਰੇ ਕੋਲ ਬੜੀ ਸਿਆਣਪ ਹੈ, ਮੇਰੇ ਕੋਲ ਬੜੀ ਸਮਝ ਹੈ, ਮੈਂ ਕਿਸੇ ਨੂੰ ਵੀ ਇਸ ਸਿਆਣਪ ਨਾਲ ਮੂਰਖ ਬਣਾ ਸਕਦਾ। ਸਤਿਕਾਰਯੋਗ ਭਾਈ ਸਾਹਿਬ ਨੇ ਇੱਕ ਬੜਾ ਪਿਆਰਾ ਸ਼ਬਦ ਹੁਣੇ ਆਪ ਜੀ ਨੂੰ ਸ਼ਰਵਣ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਿਲਾਉਣਾ ਜਾਣਾ। ਰੱਬ ਨੂੰ ਲੋਕਾਂ ਨੇ ਖਿਡਾਉਣਾ ਸਮਝ ਲਿਆ, ਪਰ ਬਾਹਰੋਂ ਹੀ ਤੌਰ 'ਤੇ ਉਹਨਾਂ ਸਾਬਤ ਕਰ ਦਿੱਤਾ ਵੀ ਅਸੀਂ ਰੱਬ ਦੇ ਬੜੇ ਪ੍ਰੇਮੀ ਹਾਂ। ਤਿਲਕ ਲਾਇਆ ਹੋਇਆ, ਜੰਝੂ ਪਾਇਆ ਹੋਇਆ, ਕਖਾਈ ਧੋਤੀ ਬੰਨੀ ਹੋਈ ਹੈ, ਮਾਲਾ ਫੜੀ ਹੋਈ ਹੈ, ਕਰਮੰਡਲ ਰੱਖਿਆ ਹੋਇਆ ਹੈ, ਕਈਆਂ ਨੇ ਵਿਭੂਤੀ ਲਾਈ ਹੈ, ਕਈਆਂ ਨੇ ਕੰਨ ਪੜਵਾਏ ਹੋਏ ਨੇ, ਕਈ ਸਮਾਧੀਆਂ ਲਾ ਕੇ ਬੈਠੇ ਹੋਏ ਨੇ। ਤਾਂ ਇਸ ਤਰ੍ਹਾਂ ਦਾ ਭੇਖ ਬਣਾ ਕੇ ਉਹ ਸਮਾਜ ਦੇ ਵਿੱਚ ਵਿਚਰਦੇ ਨੇ, ਪਰ ਉਹਨਾਂ ਦੇ ਜੀਵਨ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਜਗ੍ਹਾ ਬਿਲਕੁਲ ਨਹੀਂ ਹੈਗੀ। ਪਰ ਉਹ ਬਾਹਰੀ ਤੌਰ 'ਤੇ ਵੇਖੋ ਕਿਵੇਂ ਨਜ਼ਰ ਆ ਰਹੇ ਨੇ ਵੀ ਬਹੁਤ ਰੱਬ ਦੇ ਨੇੜੇ ਨੇ। ਤਾਂ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਵੀ ਤੁਸੀਂ ਤਾਂ ਰੱਬ ਨੂੰ ਖਿਡਾਉਣਾ ਸਮਝਿਆ ਹੈ, ਇਹ ਰੱਬ ਨੂੰ ਮਜ਼ਾਕ। ਜਿਵੇਂ ਇੱਕ ਬੱਚਾ ਖਿਡੌਣੇ ਨਾਲ ਖੇਡਦਾ, ਮਨ ਪਰਚ ਜਾਂਦਾ, ਫਿਰ ਸੁੱਟ ਦਿੰਦਾ, ਫਿਰ ਦੂਜਾ ਖਿਡੌਣਾ ਫੜ ਲੈਂਦਾ। ਇਸੇ ਤਰ੍ਹਾਂ ਮਨੁੱਖ ਜਦੋਂ ਸਵਾਰਥ ਅੱਗੇ, ਕਿਉਂਕਿ ਜਿਹੜਾ ਚਲਾਕ ਚਤੁਰ ਬੰਦਾ ਹੁੰਦਾ ਏ ਉਹ ਸਵਾਰਥ ਨੂੰ ਮੁੱਖ ਰੱਖ ਕੇ ਦੁਨੀਆ ਦੇ ਅੰਦਰ ਵਿਚਰਦਾ ਹੈ। ਉਹਦੇ ਹਰ ਇੱਕ ਨਾਲ ਸੰਬੰਧ, ਰਿਸ਼ਤੇ ਜਿਹੜੇ ਹਨ ਉਹ ਸਵਾਰਥ ਕਰਕੇ ਹੁੰਦੇ ਨੇ। ਉਹ ਚਲਾਕੀਆਂ ਦੇ ਬਲਬੂਤੇ ਤੇ ਇਸ ਦੁਨੀਆ ਦੇ ਅੰਦਰ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਰੱਬ ਤੇ ਗੁਰੂ ਨੂੰ ਵੀ ਉਹ ਮਨੁੱਖ ਜਿਹੜਾ ਹੈ ਠੱਗਣ ਤੱਕ ਜਾਂਦਾ ਹੈ ਆਪਣੀ ਸਿਆਣਪ ਵਰਤ ਕੇ। ਮਹਾਰਾਜ ਨੇ ਇੱਥੇ ਤੱਤ ਦੀ ਗੱਲ ਦੱਸੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਵੀ ਆਪ ਜੀ ਨੇ ਸ਼ਰਵਣ ਕੀਤਾ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਲਾਕੀਆਂ ਨਾਲ, ਸਿਆਣਪਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਹੁਣ ਇੱਕ ਸਵਾਲ ਇੱਥੇ ਖੜਾ ਹੋ ਜਾਵੇਗਾ ਕਿ ਸਿਆਣਪ ਮਾੜੀ ਚੀਜ਼ ਹੈ? ਤਾਂ ਬਾਣੀ ਵਿੱਚੋਂ ਹੀ ਸਾਨੂੰ ਇਹਦਾ ਜਵਾਬ ਮਿਲੇਗਾ। ਜੇ ਆਪਾਂ ਬਾਣੀ ਦੀ ਆਰੰਭਤਾ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਜੇ ਹਜ਼ਾਰਾਂ
ਚਲਾਕੀਆਂ, ਹਜ਼ਾਰਾਂ ਸਿਆਣਪਾਂ, ਲੱਖਾਂ ਸਿਆਣਪਾਂ ਤੇਰੇ ਕੋਲ ਹੋਣ ਤੇ ਤਾਂ ਵੀ ਪਰਮਾਤਮਾ ਦੇ ਦਰ ਤੇ ਤੂੰ ਪ੍ਰਵਾਨ ਨਹੀਂ ਹੋ ਸਕਦਾ। ਸਹਿ ਸਿਆਣਪਾ ਲੱਖ ਹੈ ਤਾਂ ਇੱਕ ਨਾ ਚੱਲੇ ਨਾਲ। ਇਹ ਸਿਆਣਪਾਂ ਤੈਨੂੰ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੋਣ ਦੇਣਗੀਆਂ। ਕਿਉਂ? ਕਾਰਨ ਕੀ? ਸਵਾਰਥ। ਜਦੋਂ ਲੋੜ ਪਈ ਉਦੋਂ ਰੱਬ ਨੂੰ ਯਾਦ ਕੀਤਾ, ਜਦੋਂ ਲੋੜ ਖਤਮ ਹੋ ਗਈ ਉਦੋਂ ਫਿਰ ਰੱਬ ਨੂੰ ਵਿਸਾਰ ਦਿੱਤਾ। ਹੁਣ ਇਹ ਚਲਾਕੀ ਇਹਨੇ ਵਰਤੀ ਕਿਉਂਕਿ ਚੰਚਲ ਮਨ ਸੀ। ਇਹਨੇ ਚਲਾਕੀ ਦੇ ਨਾਲ ਇਹ ਸਮਝਿਆ ਵੀ ਸ਼ਾਇਦ ਹੋ ਸਕਦਾ ਮੈਂ ਮਾਲਕ ਨੂੰ ਭਰਮਾ ਲਵਾਂ, ਜਿਵੇਂ ਮੈਂ ਲੋਕਾਂ ਨੂੰ ਭਰਮਾ ਲੈਂਦਾ ਵਾਂ, ਮੈਂ ਵੀ ਰੱਬ ਨੂੰ ਆਪਣੀਆਂ ਸਿਆਣਪਾਂ ਤੇ ਚਲਾਕੀਆਂ ਦੇ ਨਾਲ ਵਸ ਵਿੱਚ ਕਰ ਲਵਾਂਗਾ। ਇਹੀ ਕਾਰਨ ਹੈ ਕਿ ਮਹਾਰਾਜ ਨੇ ਇਹਨੂੰ ਆਖਿਆ ਵੀ ਤੂੰ ਇਹ ਆਪਣੀ ਸਿਆਣਪ ਦਾ ਤਿਆਗ ਕਰ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਹੀ ਬਚਨ ਕਰਦੇ ਨੇ, ਗੁਰ ਕੀ ਮਾਤੂ ਲੇਹ ਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ। ਜਿੰਨਾ ਚਿਰ ਬੰਦੇ ਕੋਲ ਆਪਣਾ ਗਿਆਨ ਹੈ, ਬੰਦੇ ਕੋਲ ਆਪਣੀ ਸਿਆਣਪ ਹੈ, ਉਹਨਾਂ ਚਿਰ ਬੰਦਾ ਇਹ ਸਵੀਕਾਰ ਨਹੀਂ ਕਰਦਾ ਕਿ ਮੈਂ ਗਲਤ ਹਾਂ। ਦੁਨੀਆ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰ ਫੇਰੀਆਂ ਕੀਤੀਆਂ ਨੇ। ਆਮ ਲੋਕ ਸਵੀਕਾਰ ਕਰ ਜਾਂਦੇ ਸਨ, ਪਰ ਜਿਹੜੇ ਮੇਰੇ ਵਰਗੇ ਕੁਝ ਚਾਰ ਕਿਤਾਬਾਂ ਪੜ੍ਹਨ ਵਾਲੇ ਸਨ ਨਹੀਂ ਸਨ ਮੰਨਦੇ। ਔਰ ਉਹਨਾਂ ਵਿੱਚੋਂ ਹੋਏ ਨੇ ਜੋਗੀ, ਕਈ ਪੰਡਤ ਵਿਦਵਾਨ, ਉਹ ਨਹੀਂ ਸਨ। ਉਹ 4-4 5-5 ਗੋਸ਼ਟੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਰਨੀਆਂ ਪੈਂਦੀਆਂ ਸਨ ਉਹਨਾਂ ਨਾਲ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀ ਅਸੀਂ ਸਿਆਣੇ ਹਾਂ। ਔਰ ਉਹ ਸਿਆਣਪ ਦੇ ਪਿੱਛੇ ਖੜੀ ਹੁੰਦੀ ਸੀ ਉਹਨਾਂ ਦੀ ਹਉਮੈ, ਹੰਕਾਰ। ਜਿੰਨਾ ਚਿਰ ਹੰਕਾਰ ਨਹੀਂ ਟੁੱਟਦਾ ਉਹਨਾਂ ਚਿਰ ਬੰਦੇ ਨੂੰ ਇਹ ਸਮਝ ਨਹੀਂ ਆਉਂਦੀ ਵੀ ਮੇਰੇ ਤੋਂ ਵੀ ਕੋਈ ਸਿਆਣਾ ਹੈ, ਮੇਰੇ ਤੋਂ ਵੀ ਕੋਈ ਸੂਝਵਾਨ ਹੈ। ਨਹੀਂ ਤੇ ਬੰਦਾ ਬਹਿਸ ਕਰਦਾ, ਨਹੀਂ ਮੇਰੇ ਕੋਲ ਸਿਆਣਪ ਹੈ, ਮੇਰੇ ਕੋਲ ਚਤਰਾਈ ਹੈ, ਮੈਂ ਆਪਣੀਆਂ ਚਲਾਕੀਆਂ ਨਾਲ ਕੁਛ ਵੀ ਕਰ ਸਕਦਾ ਹਾਂ। ਇੱਕ ਵਾਰ ਇੱਕ ਉੱਚ ਕੋਟੀ ਦਾ ਸੰਗੀਤਕਾਰ ਸੀ ਜਿਹੜਾ ਬੱਚਿਆਂ ਨੂੰ ਸੰਗੀਤ ਸਿਖਾਉਂਦਾ ਹੁੰਦਾ ਸੀ। ਪਰ ਉਹਦੀ ਇੱਕ ਸ਼ਰਤ ਹੁੰਦੀ ਸੀ, ਬੱਚੇ ਨੂੰ ਪਹਿਲਾਂ ਪੁੱਛ ਲੈਂਦਾ ਸੀ ਤੂੰ ਪਹਿਲਾਂ ਕਦੀ ਸੰਗੀਤ ਸਿੱਖਿਆ? ਤੇ ਅਗਰ ਉਹਨੇ ਕਹਿਣਾ ਵੀ ਹਾਂ ਸਿੱਖਿਆ ਤੇ ਉਹਨੂੰ ਕਹਿੰਦਾ ਸੀ ਤੇਰੀ ਦੁੱਗਣੀ ਫੀਸ ਲੱਗੇਗੀ। ਬੱਚੇ ਹੈਰਾਨ ਹੋ ਜਾਂਦੇ ਸਨ। ਹੁਣ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਤਾਂ ਪਹਿਲਾਂ ਨਹੀਂ ਕਿਤੇ ਸਿੱਖਿਆ, ਬਿਲਕੁਲ ਜ਼ੀਰੋ ਆ, ਤਾਂ ਉਹਨੂੰ ਕਹਿਣਾ ਵੀ ਤੇਰੇ ਕੋਲੋਂ ਦੁੱਗਣੀ ਫੀਸ ਨਹੀਂ ਲਈ ਜਾਵੇਗੀ। ਪਰ ਜਿਹੜਾ ਇਹ ਕਹਿੰਦਾ ਸੀ ਮੈਂ ਸਿੱਖਿਆ ਹੋਇਆ ਵਾਂ, ਤੇ ਉਹਨੂੰ ਕਹਿੰਦਾ ਸੀ ਤੇਰੇ ਕੋਲ ਦੁੱਗਣੀ ਫੀਸ ਲਵਾਂਗਾ। ਉਹ ਹੈਰਾਨ ਹੋ ਜਾਂਦੇ ਸਨ, ਅਸੀਂ ਤਾਂ ਪਹਿਲਾਂ ਮਿਹਨਤ ਕਰਕੇ ਆਏ ਹਾਂ, ਅਸੀਂ ਤਾਂ ਪਹਿਲਾਂ ਬਹੁਤ ਕੁਝ ਸਿੱਖੇ ਹੋਏ ਹਾਂ। ਤਾਂ ਉਹ ਸੰਗੀਤਕਾਰ ਕਹਿੰਦਾ ਹੁੰਦਾ ਸੀ ਪਹਿਲਾਂ ਉਹ ਭੁਲਾਉਣਾ ਪਵੇਗਾ ਜਿੰਦਾ ਤੂੰ ਮਾਣ ਲੈ ਕੇ, ਜਿੰਦੀ ਤੂੰ ਸਿਆਣਪ ਲੈ ਕੇ ਆਪਣੇ ਅੰਦਰ ਇੱਥੇ ਲੈ ਕੇ ਆਇਆ ਵੀ ਮੈਂ ਤੇ ਕੁਝ ਸਿੱਖਿਆ ਹੋਇਆ ਵਾਂ। ਤੇ ਉਹੀ ਚੀਜ਼ ਤੈਨੂੰ ਅੱਗੇ ਵਧਣ ਨਹੀਂ ਦੇਵੇਗੀ ਔਰ ਰੁਕਾਵਟ ਪੈਦਾ ਕਰ ਦੇਵੇਗੀ। ਜਦੋਂ ਵੀ ਕੋਈ ਮਨੁੱਖ ਆਪਣੇ ਮਨ ਵਿੱਚ ਇਹ ਸੋਚ ਲੈਂਦਾ ਵੀ ਮੈਂ ਤਾਂ ਸਿੱਖਿਆ ਹੋਇਆ ਵਾਂ, ਮੇਰੇ ਕੋਲ ਤਾਂ ਕੁਛ ਹੈ, ਮੇਰੇ ਕੋਲ ਸਿਆਣਪ ਹੈ, ਚਲਾਕੀ ਹੈ, ਚਤੁਰਾਈ ਹੈ, ਉਦੋਂ ਬੰਦਾ ਕਦੀ ਅੱਗੇ ਨਹੀਂ ਵੱਧ ਸਕਦਾ। ਹਾਂ, ਜਦੋਂ ਜ਼ੀਰੋ ਹੋ ਜਾਵੇ ਉਦੋਂ ਬੰਦਾ ਅੱਗੇ ਵੱਧ ਸਕਦਾ ਹੈ। ਗੁਰੂ ਪਹਿਲਾਂ ਸਾਡੇ ਅੰਦਰ ਦੀਆਂ ਚਲਾਕੀਆਂ ਨੂੰ ਛਡਾਉਂਦਾ ਹੈ, ਚਤੁਰਾਈਆਂ ਨੂੰ ਅੰਦਰੋਂ ਕੱਢ ਦਿੰਦਾ ਹੈ। ਜਿੰਨੀਆਂ ਵੀ ਚਲਾਕੀਆਂ ਨੇ ਸਭ ਨੂੰ ਛੱਡ ਦੇ, ਸਮਝ ਵੀ ਤੈਨੂੰ ਕੁਛ ਨਹੀਂ ਆਉਂਦਾ। ਬਾਬਾ ਲਹਿਣਾ ਜੀ ਪਹਿਲੇ ਦਿਨ ਗਏ, ਮਹਾਰਾਜ ਮੈਨੂੰ ਕੁਛ ਨਹੀਂ ਜੀ ਆਉਂਦਾ। ਬਾਬਾ ਅਮਰਦਾਸ ਜੀ 20 ਸਾਲ ਤੀਰਥਾਂ ਤੇ ਜਾਂਦੇ ਰਹੇ, ਕਹਿ ਸਕਦੇ ਸਨ ਮੇਰੇ ਕੋਲ ਤੇ 20 ਸਾਲ ਦਾ ਐਕਸਪੀਰੀਅੰਸ ਹੈ, ਮੈਨੂੰ ਕੋਈ ਅੱਗੇ ਦੀ ਗੱਲ ਦੱਸੋ, ਇਹ ਤੁਸੀਂ ਕੀ ਕਹਿ ਰਹੇ ਹੋ ਵੀ ਸਿੱਖ ਬਣਨ ਵਾਸਤੇ ਅਜੇ ਸਮਾਂ ਲੱਗੇਗਾ? ਤੇ 12 ਸਾਲ ਲੱਗ ਗਏ, ਸਿੱਖ ਬਣਨ ਵਾਸਤੇ 12 ਸਾਲ ਲੱਗ ਗਏ।
पर नहीं, वो जदों पहले दिन गए गुरु अंगद देव पातशाह जी उन्होंने गलवकड़ी विच लैण लगे तो पिछे हट गए, बल्कि चरना ते मत्था टेकता, महाराज अज मैं बिल्कुल जीरो होके आया, सिफर होके आया, 20 साल विच मैं कुछ भी खटिया नहीं, कुछ हासिल नहीं किया। हासिल भावें बहुत कुछ किया सी, इलाके विच बाबा अमरदास जी की इन्नी वडियाई सी, लोकी सत्कार बड़ा करते सन। अगर इलाके विच कोई उच्च कोटि का कोई मनुख आ जाए वो भी बाबा अमरदास जी नूं मत्था टेकदा हुंदा सी। पर अज बाबा अमरदास जी गए ने, उन्हें आख्या महाराज मैनूं कुछ नहीं जिउंदा। मानो एक अरदास की, सा मत देहो दयाल, हे मेरे मालक वो मत दे किहड़ी जिंदे नाल मैं तेरे चरनां नाल जुड़ सकां, जिंदे नाल तेरे चरनां नाल सांझ बने। गुरु साडियां चलाकियां नूं चतराइयां नूं इस करके छड्डण वास्ते कहिंदा है ताकि तू विकसित हो सके, तेरी सोच अगे वध सके। जदों तू उच्ची अवस्था ते पहुँच जावेगा, हाँ फिर तेरे कोल गुरु वाली सियाणप होवेगी। तेरे कोल वो झूठी सियाणप नहीं जिहड़ी संसार के ज्ञान को इकट्ठा करके तेरे अंदर हौमे पैदा करके रख देती, वो सियाणप नहीं, बल्कि वो सूझबूझ होवेगी कि उदों जिंदगी का हर एक फैसला लैण तो पहलां तू विचारेगा। महाराज बड़ी कृपा करते ने, तजो सियाणप सुरजनो सिमरो हर हर राय। छड्ड के अपनियां चलाकियां सियाणपां नूं अरदास करिए, महाराज बिल्कुल जीरो हाँ, कुछ नहीं आउंदा सानू अकल दे, सानू समझ दे। महाराज आखदे ने हरी राजे का सिमरन कर, एक आस हर मन रखो, दुनिया दियां आसां छड्ड के धर जीरे एक टेक तू लाहे बिड़ानी आस। केवल एक दी आस रख अपने मन दे अंदर, नानक दुख भरम पो जाए, तेरे अंदरों दुख भरम डर ये चले जाणगे। हुण एक कुदरती गल है कि जिन्ना चिर मनुख दूजियां दी आस ला के रखदा, वो धन की आस होवे, पदवी की आस होवे, परिवार की आस होवे, समाज की आस होवे, दुनिया में जिन्नियां भी आसां ने, उन्हां सारियां आसां दे पिछे एक कम जिहड़ी है जुगत तरीका काम करदा, वो ये है बंदे दे जीवन विच कि मनुख ये समझदा है भी आ जिहड़े चीज़ां ने ना, माँ बाप भैन भाई, ये धन दौलत पदवी, ये सब मेरे सहारे ने। हुण वो एक भरम है, एक भरम बंदा सारी जिंदगी पाल के रखता। बचपन में एक भरम पालिया भी मेरे माँ बाप ने, मेरे भैन भाई ने, थोड़ा वड्डा होया पत्नी आ गई, होर वड्डा होया बच्चे आ गए, घर आ गया, कोठी आ गई, नौकरी आ गई, दुनिया की मान वड्याई उस शोभा होने लग गई, तो एक भरम पैदा हो गया भी ये तो मेरे सहारे ने। हुण वो भरम जिहड़ा है बंदे दे अंदर एक डर भी पैदा कर दिंदा है। वो डर की किते मेरी मान वड्याई ना चली जावे, किते मेरे भैन भाई ना मेरे तो दूर चले जान, मेरी नौकरी ना चली जावे, आ धन मैं इकट्ठा किया ये ना चला जावे, समाज में इज्जत नहीं बनाई किते वो ना चली जावे। वो एक डर, उस डर पिछे दुख है, डर ही दुख नूं जन्म देंदा है। महाराज आखदे ने तिन्ने चीज़ां उस दिन तेरे जीवन विचों खत्म हो जाणगियां जिदन एक दी आस रखेगा, क्योंकि जिस दी आस तेनू मैं रखण वास्ते कहना ना तो वो मरदा है, ना वो जन्म लैंदा है, ना किते आउंदा है ते ना किते जांदा है, ना वो किसी नूं धोखा दिंदा है, बल्कि वो तां आद सच जुगाद सच है भी सच नानक होसी भी सच है। महाराज इत्थे बचन करते ने, एक आस हर मन रखो। महापुरुषों ने सारी सारी जिंदगी केवल एक दी आस विच, एक ही नहीं जन्मां दे जन्म बतीत कर दिते। बाबा रविदास साहब नूं कहना पिया, बहुत जन्म बिछरे थे माधो, ये जन्म तुम्हारे लिख है। कह रविदास आस लग जीवूं, चिर पियो दर्शन देखे। इको आस विच किन्ने जन्म लंघा दिते।
बाबा फरीद जी कह लगे शक्करगंज, वो कहते दोए नैना मत छूहो फिर देखण की आस। उन्होंने नहीं आख्या भी मैनू पुत्रां की आस है, मैनू पत्नी की आस है, या मैनू माँ बाप की आस है, या मैनू संसार वेखण की आस है, नहीं किया। उन्हें आख्या ये अखां नाल मैं केवल इक्को चीज़ की आस लाई है, वो है अपने मालक की, फिर देखण की आस। अकाल पुरख नूं वेखण की आस है। और सिर्फ बहुत वड्डी ख्वाहिश नहीं है, महापुरुषों ने आख्या, भगतां ने, सगल भवन के नायका एक क्षण दर्श दिखाए जी, तां भी मेरा मकसद पूरा हो जाएगा। एक क्षण भंगर भी जे तू किते दर्शन दे देवे तो मेरे जन्मां दी कीती हुई भगती सफली हो जाएगी। बहुत ही वड्डी कोई मंग नहीं हैगी, पर यह भी बड़ी वड्डी गल है, एक छिन भी दीदार हो जाने तो जीवन सफला हो गया। महाराज बड़े नुकते की गल दसते ने, एक आस हर मन रखो नानक दुख भरम हो जाए। तेरे अंदरों दुख भरम डर खत्म हो जाएगा, एक दी आस रखेगा। अष्टपदी मन की टेक बिरथी सब जानो, देवन को एक है भगवान। बंदियां दियां आसां रख के जिउना महाराज आखदे ने किसी अर्थ नहीं। मनुख की टेक रख के जिवेगा तो कदी ना कदी निराश होवेगा, क्योंकि मनुख कदी ना कदी समा पा के तेरा साथ छड़ जाएगा। इस करके बंदियां दियां टेकां रख के बंदे दा सहारा जीवन में जे रख के चलेगा तो महाराज आखदे ने धोखा खा जाएगा। इस करके बंदे दी टेक जिहड़ी इहनूं बिरथी व्यर्थ जान। देवन को एक है भगवान, बंदा देने वाला नहीं, बंदे नूं देने वाला रब है, अकाल पुरख है। जिस कह दिए रह अगाए, बौर न तिशना लागे आए। जिस मालक दे दित्तियां बंदा जिहड़ा रज जांदा है। हुण बंदा किसी नूं किन्नी कुछ चीज़ दे सकदा है जिन्नी को उहदे कोल अपने कोल है। जे किसी के खीसे विच पॉकेट विच 100 ने तो वह 99 90 ही दे सकदा है, 100 दे देगा वध तों वध। तो जे किसी को 1000 ने तो 500 देगा, 700 देगा, वध तो 1000 दे देगा कट के, इस तो ज़्यादा नहीं दे सकता। लख वाला लख दे सकता है, 10 लाख वाला 10 लाख दे सकता है, करोड़ वाला करोड़ दे सकता है। पर अकाल पुरख तो वह है ना, सबना जियां का एक दाता, सो मैं विसर ना जाई। साचे साहिबा क्या ना ही घर तेरा, घर तो तेरा सब कुछ है, उनके घर में हर एक चीज़ है। तो वह फिर देन लग्या संकोच नहीं करेगा, वो तो जिहड़ी चीज़ तू मंगेगा वो तेनों मिल जानी है। तो महाराज आखदे ने उनदियां दित्तियां बख्शिशां नाल तू रज जावेगा, बंदे दी दित्ती हुई चीज़ नाल नहीं रजदा। जिन्नी चीज़ बंदा देंदा कल तक मुक जाती है, फिर एक नवीं आस पैदा हो जाती, चल अज फिर मंग लईए। पर वो मालक इक्को वारी दे देवे तो बंदा कई पुछतां आउंदियां खांदियां ने, मुकदा ही नहीं। देंदा दे लैंदे थक पाहे, जुगा जुगंतर खाही खाए, नहीं मुकदियां आउंदियां बख्शिशां। लोग खांदे हुए थक जाते ने। बहुर ना तृष्णा लागे आए, फिर मुड़ तृष्णा नहीं आउंदी, फिर लालसा नहीं पैदा होंदी, क्योंकि रज गया ना, रजे हुए दी कामना नहीं कोई रहिंदी। मारे राखै एको आप, मानू कह किश नाही हाथ। भाई वो मारन वाला ते रखिया करन वाला एक आप प्रभु है, बंदे दे हथ विच कुछ नहीं है। कि बंदा किसी नूं जन्म दे देवे ते आखे भी मैं इनू जन्म दिता है, या आखे भी मैं इनू मार दिता है। ना मनुख किसी नूं मार सकता है, ना जन्म दे सकता है। अकाल पुरख ही जीवां नूं मारन वाला ते रखिया करन वाला है, बंदे दे हथ कुछ नहीं। तिसका हुक्म बोझ सुख होए, जिहड़ा उहदे हुक्म नूं समझ लवेगा वो तो हो जाएगा सुखी। जिहड़ा डिसिपलिन मर्यादा में चलन लग जाएगा, रब दे अकॉर्डिंग उनके हुक्म की पालना करन लग जाए, वो तो हो जाएगा सुखी। तिसका नाम कंठ परोए, फिर उनका नाम कंठ का भावे गला, जिमें गले में बंदा हार परो के रखता है, सदा उनके नाल रहिंदा है। इस तरह नाम नूं फिर वो जग्यासू अपने गल नाल ला के रखता है। सिमर 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 प्रभ सोए, उस प्रभु नूं सदा सिमर, याद रख नानक बिघन न लागै कोई। हे नानक फिर कोई रुकावट कोई बिघन तेरे जीवन विच नहीं आवेगी।
ਉਸਤਤ ਮਨ ਮੈਂ ਕਰ ਨਿਰੰਕਾਰ। ਭਲੇ ਬੰਦਿਆ ਤੂੰ ਆਪਣੇ ਜੀਵਨ ਵਿੱਚ ਇੱਕ ਕੰਮ ਕਰ ਕਿ ਵੀ ਸਦਾ ਇੱਕ ਨਿਰਆਕਾਰ ਪ੍ਰਭੂ ਦੀ ਉਸਤਤ ਕਰਿਆ ਕਰ, ਵਡਿਆਈ ਕਰਿਆ ਕਰ। ਅਸੀਂ ਲੋਕ ਉਹਨਾਂ ਦੀ ਵਡਿਆਈ ਕਰਨ ਲੱਗ ਜਾਂਦੇ ਹਾਂ, ਖੁਸ਼ਾਮਦ ਕਰਨ ਲੱਗ ਜਾਂਦੇ ਹਾਂ, ਜਿਨ੍ਹਾਂ ਮਨੁੱਖਾਂ ਨੇ ਸੰਸਾਰ ਦੇ ਅੰਦਰ ਕੁਝ ਮਾਣ ਵਡਿਆਈ ਹਾਸਲ ਕਰ ਲਈ ਹੁੰਦੀ ਹੈ, ਕੁਝ ਧਨ ਦੌਲਤ ਹਾਸਲ ਕਰ ਲਈ ਹੁੰਦੀ ਹੈ, ਬੰਦਾ ਫਿਰ ਉਹਦੀ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੰਦਾ ਹੈ, ਉਹਦੀ ਉਸਤਤ ਕਰਨੀ ਸ਼ੁਰੂ ਕਰ ਦਿੰਦਾ। ਪਰ ਉਹਦੇ ਪਿੱਛੇ ਵੀ ਬੰਦੇ ਦਾ ਇੱਕ ਮਕਸਦ ਹੁੰਦਾ ਹੈ, ਸਵਾਰਥ, ਕਿ ਮੈਂ ਇਹਦੀ ਵਡਿਆਈ ਤਾਂ ਕਰ ਰਿਹਾ ਕਿਉਂਕਿ ਕੁਝ ਮਿਲੇਗਾ। ਬਹੁਤ ਸਾਰੇ ਸੱਜਣ ਐਸੇ ਨੇ ਜਿਹੜੇ ਸਾਡੇ ਕੋਲ ਆ ਕੇ ਝੂਠੀ ਤਾਰੀਫ ਕਰੀ ਜਾਣਗੇ, ਤੁਹਾਡੇ ਵਰਗਾ ਕੋਈ ਨਹੀਂ, ਤੁਸੀਂ ਬੜੇ ਮਹਾਨ ਹੋ, ਤੁਸੀਂ ਬੜੇ ਚੰਗੇ ਹੋ। ਪਹਿਲਾਂ 5-7 ਮਿੰਟ ਸਾਡੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦੇਣਗੇ, ਫਿਰ ਕਹਿਣਗੇ ਕੰਮ ਪੈ ਗਿਆ। ਹੁਣ ਬੰਦਾ ਇੰਨੀ ਵਡਿਆਈ ਸੁਣ ਕੇ ਆਫਰ ਜਾਂਦਾ, ਉਂਝ ਹੀ ਹਾਂਜੀ ਦੱਸੋ, ਥੋੜੀ ਮਾਇਆ ਚਾਹੀਦੀ ਸੀ, ਆਹ ਚੀਜ਼ ਚਾਹੀਦੀ ਸੀ। ਹੁਣ ਮਨੁੱਖ ਜਵਾਬ ਨਹੀਂ ਦੇ ਸਕਦਾ, ਕਿਉਂ? ਉਹਨੇ ਇੰਨੀ ਵਡਿਆਈ ਕਰਤੀ, ਇੰਨੀ ਉਸਤਤ ਕਰਤੀ। ਬੰਦਾ ਕਹਿੰਦਾ ਬੜਾ ਪਿਆਰਾ ਹੈ, ਤੇ ਭਲਿਆ ਇੱਥੇ ਵਡਿਆਈ ਜੇ ਕਿਸੇ ਨੂੰ ਮਿਲੇ ਉਹ ਤੇ ਜਾਣ ਦੇ ਦੇ ਆਪਣੀ, ਇਹ ਤਾਂ ਫਿਰ ਵੀ ਕੁਝ ਨਹੀਂ, ਥੋੜੀ ਚੀਜ਼ ਮੰਗੀ ਹੈ। ਅੱਛਾ ਜੇ ਕਿਤੇ ਬੰਦਾ ਨਾ ਕਰ ਦੇ ਵੀ ਭਾਈ ਮੇਰੇ ਕੋਲ ਹੈ ਨਹੀਂ, ਉਹੀ ਬੰਦਾ ਕੁਝ ਸਮੇਂ ਬਾਅਦ ਤੁਹਾਡੀ ਰੱਜ ਕੇ ਨਿੰਦਿਆ ਕਰ ਰਿਹਾ ਹੋਏਗਾ, ਇਹ ਬੜਾ ਮਾੜਾ ਜੇ, ਇਹਦੇ ਕੋਲ ਨਾ ਖਲੋਇਆ ਕਰੋ, ਇਹਦੇ ਕੋਲ ਬੈਠਿਆ ਕਰੋ, ਇਹ ਬੰਦਾ ਕੁਛ ਨਹੀਂ ਦਿੰਦਾ ਕਿਸੇ ਨੂੰ। ਉਸੇ ਵੇਲੇ ਬਦਲ ਗਿਆ। ਮਹਾਰਾਜ ਬੜੇ ਨੁਕਤੇ ਦੀ ਗੱਲ ਦੱਸਦੇ ਨੇ, ਉਹ ਭਲਿਆ ਲੋਕਾਂ ਦੀਆਂ ਖੁਸ਼ਾਮਤਾਂ ਕਰਨੀਆਂ ਛੱਡ, ਰੱਬ ਦੀ ਉਸਤਤ ਕਰਿਆ ਕਰ, ਰੱਬ ਦੀ ਵਡਿਆਈ ਕਰਿਆ ਕਰ, ਜਿਹੜਾ ਦੇ ਰਿਹਾ ਤੈਨੂੰ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ, ਮੇਰੇ ਮਨਾ ਤੂੰ ਇਹ ਸੱਚਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਆਪਣੀ ਰਸਨਾ ਨਾਲ ਮਿੱਠਾ ਅੰਮ੍ਰਿਤ ਪੀ, ਅਕਾਲ ਪੁਰਖ ਦਾ ਨਾਮ ਜਪ, ਇਹਦੇ ਨਾਲ ਕੀ ਹੋਵੇਗਾ? ਤੇਰੀ ਜਿੰਦ ਸੌਖੀ ਹੋ ਜਾਵੇਗੀ, ਤੇਰਾ ਜੀਵਨ ਸੁਖੀ ਹੋ ਜਾਵੇਗਾ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਅੱਖਾਂ ਨਾਲ ਪਰਮਾਤਮਾ ਦੀ ਇਸ ਬਣਾਈ ਹੋਈ ਖੂਬਸੂਰਤ ਕਾਇਨਾਤ ਨੂੰ ਵੇਖਣਾ ਕਰ, ਸਾਧ ਸੰਗਤ ਕਰਿਆ ਕਰ, ਤੇਰੇ ਅੰਦਰੋਂ ਝੂਠਾ ਮੋਹ ਖਤਮ ਹੋ ਜਾਵੇਗਾ। ਚਰਨ ਚਲੋ ਮਾਰਗ ਗੋਬਿੰਦ। ਆ ਜਿਹੜੇ ਤੇਰੇ ਪੈਰ ਕਦੀ ਸ਼ਰਾਬਖਾਨੇ ਪਵੇ, ਕਦੀ ਪੱਬਾਂ ਕਲੱਬਾਂ ਵਿੱਚ, ਕਦੀ ਭੈੜੀ ਸੰਗਤ ਵਿੱਚ ਤੁਰ ਕੇ ਜਾਂਦੇ ਨੇ, ਇਹਨਾਂ ਨੂੰ ਰੱਬ ਦੇ ਰਾਹ 'ਤੇ ਤੋਰਿਆ ਕਰ। ਭਲਿਆ ਰੱਬ ਨੇ ਤੈਨੂੰ ਦਿੱਤੇ ਨੇ, ਸ਼ੁਕਰ ਕਰ, ਰੱਬ ਦੇ ਰਾਹ 'ਤੇ ਇਹਨਾਂ ਕਦਮਾਂ ਨੂੰ ਚਲਾ। ਕੀ ਹੋਵੇਗਾ? ਮਿਟੈ ਪਾਪ ਜਪੀਏ ਹਰ ਬਿੰਦ। ਰੱਬ ਦੇ ਰਾਹ 'ਤੇ ਤੁਰਦਿਆਂ ਤੁਰਦਿਆਂ ਜੇ ਤੂੰ ਪਰਮਾਤਮਾ ਦਾ ਨਾਮ ਵੀ ਨਾਲ ਜਪੇ, ਤੇ ਥੋੜਾ ਜਿਹਾ ਨਾਮ ਜਪਿਆ ਵੀ ਤੇਰੇ ਪਾਪਾਂ ਦੀ ਨਿਵਰਤੀ ਹੋ ਜਾਵੇਗੀ। ਕਰ ਹਰ ਕਰਮ ਸ਼ਵਣ ਹਰ ਕਥਾ। ਕਰ ਦਾ ਅਰਥ ਇੱਥੇ ਹੱਥ, ਬਹੁਵਚਨ ਸ਼ਬਦ ਦੇ 2 ਹੱਥ ਬੰਦੇ ਕੋਲ ਨੇ। ਮਹਾਰਾਜ ਆਖਦੇ ਨੇ ਕੰਮ ਉਹ ਕਰ ਜਿਹੜੇ ਰੱਬ ਨੂੰ ਚੰਗੇ ਲੱਗਣ। ਹੱਥਾਂ ਨਾਲ ਉਹ ਕੰਮ ਕਰ ਜਿਹੜੇ ਰੱਬ ਨੂੰ ਚੰਗੇ ਲੱਗਣ, ਤੇ ਸੁਣ ਉਹ ਜਿਹੜੀ ਰੱਬ ਦੀ ਵਡਿਆਈ ਹੈ। ਸ਼ਵਣ ਹਰ ਕਥਾ, ਰੱਬ ਦੀ ਉਸਤਤ ਸੁਣਿਆ ਕਰ। ਹਰ ਦਰਗਹਿ ਨਾਨਕ ਉਜਲ ਮਥਾ। ਕੀ ਹੋਵੇਗਾ? ਤੂੰ ਰੱਬ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਵੇਂਗਾ, ਤੇ ਤੇਰਾ ਮੁਖ ਉਜਲਾ ਹੋਵੇਗਾ। ਭਾਵ ਤੂੰ ਰੱਬ ਦੇ ਦਰ 'ਤੇ ਜਦੋਂ ਜਾਵੇਂਗਾ, ਫਿਰ ਤੈਨੂੰ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ, ਤੂੰ ਰੱਬ ਦੇ ਦਰ 'ਤੇ ਪ੍ਰਵਾਨ ਹੋ ਜਾਵੇਂਗਾ। ਵੱਡ ਭਾਗੀ ਤੇ ਜਨ ਜਗ ਮਾਹੇ। ਵੱਡੇ ਭਾਗਾਂ ਵਾਲੇ ਨੇ ਉਹ ਜਗਿਆਸੂ, ਉਹ ਸੇਵਕ, ਸਦਾ ਸਦਾ ਹਰ ਕੇ ਗੁਣ ਗਾਏ, ਜਿਹੜੇ ਦੁਨੀਆ ਦੇ ਗੁਣ ਨਹੀਂ ਗਾਉਂਦੇ ਬਲਕਿ ਰੱਬ ਦੇ ਗੁਣ ਗਾਉਂਦੇ ਨੇ, ਅਕਾਲ ਪੁਰਖ ਦੇ ਗੁਣ ਗਾਉਂਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ। ਰਾਮ ਨਾਮ ਜੋ ਕਰੈ ਵਿਚਾਰ। ਰਮੇ ਹੋਏ ਪਰਮਾਤਮਾ ਦੇ ਨਾਮ ਦੇ ਗੁਣਾਂ ਦੀ ਜਿਹੜੇ ਵਿਚਾਰ ਕਰਨ ਲੱਗ ਜਾਂਦੇ ਨੇ, ਸੇ ਧਨਵੰਤ ਗਣੀ ਸੰਸਾਰ। ਉਹ ਨੇ ਅਸਲ ਵਿੱਚ ਦੁਨੀਆ ਵਿੱਚ ਸਭ ਤੋਂ ਅਮੀਰ ਗਿਣੇ ਜਾਂਦੇ ਨੇ। ਇੱਥੇ ਅੰਬਾਨੀ ਅਡਾਨੀਆਂ ਦਾ ਜ਼ਿਕਰ ਹੁੰਦਾ ਹੈ ਕਿ ਬੰਦਾ ਵੇਖੋ ਜੀ ਸਭ ਤੋਂ ਅਮੀਰ ਨੇ ਭਾਰਤ ਵਿੱਚ। ਮਹਾਰਾਜ ਕਹਿੰਦੇ ਕਿ ਇਹੋ ਜਿਹੇ ਅੰਬਾਨੀ ਅਡਾਨੀ ਤੇ ਕਬੀਰ ਸਾਹਿਬ ਨੂੰ ਰੋਜ਼ ਮੱਥਾ ਟੇਕਦੇ ਨੇ, ਰਵਿਦਾਸ ਸਾਹਿਬ ਨੂੰ ਮੱਥਾ ਟੇਕਦੇ ਨੇ। ਇੱਥੇ ਵੱਡੇ ਤੋਂ ਵੱਡੇ ਕਰੋੜਪਤੀ ਮੰਨੇ ਹੋਏ ਉਹ ਵੀ ਬਾਬਾ ਕਬੀਰ ਸਾਹਿਬ ਅੱਗੇ ਐਨ ਹੱਥ ਜੋੜ ਕੇ ਗੋਡਿਆਂ ਭਾਰ ਮੱਥਾ ਟੇਕਦੇ ਹੁੰਦੇ ਨੇ। ਤੇ ਕਬੀਰ ਸਾਹਿਬ ਦੀ ਜੇ ਕਿਤੇ ਜਾਇਦਾਦ ਵੇਖੋ ਤੇ ਉਹਨਾਂ ਕੋਲ ਸੰਸਾਰੀ ਪ੍ਰਾਪਰਟੀ ਨਹੀਂ, ਪਰ ਰੱਬੀ ਗੁਣਾਂ ਦੀ ਐਸੀ ਦਾਤ, ਐਸਾ ਖਜ਼ਾਨਾ ਹੈ ਕਿ ਦੁਨੀਆ ਲੋਚਦੀ ਕਬੀਰ ਸਾਹਿਬ ਥੋੜ੍ਹਾ ਜਿਹਾ ਸਾਨੂੰ ਵੀ ਦੇ ਦਿਓ, ਨਾਮਦੇਵ ਜੀ ਸਾਨੂੰ ਵੀ ਦਿਓ ਥੋੜ੍ਹਾ ਜਿਹਾ।
ਦੁਨੀਆ ਮੰਗਦੀ ਹੈ ਉਹ ਨੇ ਅਸਲ ਵਿੱਚ ਦੁਨੀਆ ਵਿੱਚ ਅਮੀਰ। ਇਹ ਅਮੀਰ ਕੁਝ ਸਮੇਂ ਵਾਸਤੇ ਨੇ, ਕਿਉਂਕਿ ਇੱਕ ਨਵਾਂ ਅਮੀਰ ਉੱਠ ਜਾਵੇਗਾ, ਇਹਨਾਂ ਦਾ ਰਿਕਾਰਡ ਤੋੜ ਦੇਗਾ, ਅਗਲੇ ਦਿਨ ਹੋਰ ਅਮੀਰ ਉੱਠ ਜਾਵੇਗਾ। ਪਰ ਜਿਹੜੀ ਕਮਾਈ ਇਹਨਾਂ ਮਹਾਂਪੁਰਸ਼ਾਂ ਨੇ ਕੀਤੀ ਆ ਉਹ ਕਮਾਈ ਦੁਨੀਆ ਦੇ ਵਿੱਚ ਕੋਈ ਨਹੀਂ ਕਰ ਸਕਦਾ। ਬਸ ਇਹਨਾਂ ਦੇ ਚਰਨਾਂ ਨਾਲ ਕੋਈ ਜੁੜ ਜਾਵੇ। ਮਹਾਰਾਜ ਆਖਦੇ ਨੇ ਸੇ ਧਨਵੰਤ ਗਣੀ ਸੰਸਾਰ, ਗਿਣੇ ਜਾਂਦੇ ਨੇ ਸੰਸਾਰ ਵਿੱਚ ਉਹ ਧਨੀ ਜਿਹੜੇ ਰੱਬੀ ਗੁਣਾਂ ਦੀ ਵਿਚਾਰ ਕਰਦੇ ਨੇ। ਮਨ ਤਨ ਮੁਖ ਬੋਲੇ ਹਰ ਸੁਖੀ, ਮਨ ਕਰਕੇ ਤਨ ਕਰਕੇ ਮੁਖ ਕਰਕੇ ਜਿਹੜੇ ਰੱਬ ਦਾ ਨਾਮ ਉਚਾਰਨ ਕਰਦੇ ਨੇ। ਸਦਾ ਸਦਾ ਜਾਨੋ ਤੇ ਸੁਖੀ, ਹੇ ਭਾਈ ਉਹਨਾਂ ਨੂੰ ਸਦਾ ਸੁਖੀ ਜਾਣੋ, ਉਹ ਕਦੀ ਦੁਖੀ ਨਹੀਂ ਹੁੰਦੇ। ਫਿਰ ਏਕੋ ਏਕ ਏਕ ਪਛਾਨੈ, ਜਿਹੜੇ ਸੰਸਾਰ ਵਿੱਚ ਹਰ ਪਾਸੇ ਇੱਕ ਰੱਬ ਨੂੰ ਪਛਾਣ ਲੈਂਦੇ ਹਨ। ਈਤ ਊਤ ਕੀ ਉਹ ਸੋਝੀ ਜਾਣੈ, ਉਹਨਾਂ ਨੂੰ ਲੋਕ ਤੇ ਪਰਲੋਕ ਦੀ ਸੋਝੀ ਹੋ ਜਾਂਦੀ ਹੈ, ਭਾਵ ਉਹਨਾਂ ਨੂੰ ਆਪਣੇ ਜੀਵਨ ਦੀ ਸਮਝ ਪ੍ਰਾਪਤ ਹੋ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਬਸ ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦਾ ਮਨ ਨਾਮ ਵਿੱਚ ਲੀਨ ਹੋ ਜਾਂਦਾ ਹੈ, ਨਾਨਕ ਤਿਨੈ ਨਿਰੰਜਨ ਜਾਣਿਆ। ਹੇ ਨਾਨਕ ਇੰਜ ਆਖ, ਮਾਇਆ ਤੋਂ ਨਿਰਲੇਪ ਅਕਾਲ ਪੁਰਖ ਪਰਮਾਤਮਾ ਨੂੰ ਉਸ ਜਾਣ ਲੈਂਦੇ ਹਨ। ਗੁਰ ਪ੍ਰਸਾਦ ਆਪਣ ਆਪ ਸੂਝੈ, ਗੁਰੂ ਦੀ ਕਿਰਪਾ ਨਾਲ ਜਿਹਨੂੰ ਆਪਣੇ ਆਪੇ ਦੀ ਸਮਝ ਆ ਜਾਂਦੀ ਹੈ, ਸੋਝੀ ਪ੍ਰਾਪਤ ਹੋ ਜਾਂਦੀ ਹੈ। ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਫਿਰ ਉਹਦੀ ਤ੍ਰਿਸ਼ਨਾ ਅੰਦਰੋਂ ਬੁੱਝ ਜਾਂਦੀ ਹੈ, ਭਾਵ ਉਹਦੇ ਅੰਦਰੋਂ ਪਦਾਰਥਾਂ ਦੀ ਫਿਰ ਭੁੱਖ ਨਹੀਂ ਰਹਿ ਜਾਂਦੀ। ਸਾਧ ਸੰਗ ਹਰ ਹਰ ਜਸ ਕਹਿਤ, ਉਹ ਫਿਰ ਮਨੁੱਖ ਸਾਧ ਸੰਗਤ ਕਰਦਾ ਅਤੇ ਉਸ ਹਰੀ ਦੀ ਵਡਿਆਈ ਕਰਦਾ ਹੈ। ਸਰਬ ਰੋਗ ਤੇ ਉਹ ਹਰ ਜਨ ਰਹਿਤ, ਫਿਰ ਸਾਰੇ ਰੋਗ ਉਹਦੇ ਜੀਵਨ ਵਿੱਚੋਂ ਮਿਟ ਜਾਂਦੇ ਨੇ। ਹਉਮੈ ਦਾ ਰੋਗ ਹੋਵੇ, ਤ੍ਰਿਸ਼ਨਾ ਦਾ ਹੋਵੇ, ਵਿਕਾਰਾਂ ਦਾ ਹੋਵੇ, ਔਗਣਾ ਦਾ ਹੋਵੇ, ਤਨ ਦੇ ਰੋਗ, ਮਨ ਦੇ ਰੋਗ ਸਾਰੇ ਦੂਰ ਹੋ ਜਾਂਦੇ ਹਨ। ਅਣਦਿਨ ਕੀਰਤਨ ਕੇਵਲ ਬਖਿਆਨ, ਉਹਦਾ ਮਕਸਦ ਇੱਕ ਹੀ ਹੁੰਦਾ ਹੈ ਕਿ ਉਹ ਹਰ ਰੋਜ਼ ਰੱਬ ਦੀ ਕੀਰਤੀ ਕਰਦਾ, ਰੱਬ ਦੇ ਨਾਮ ਦੀ ਵਿਆਖਿਆ ਕਰਦਾ, ਵਖਿਆਨ ਕਰਦਾ। ਗ੍ਰਸਤ ਮੈਂ ਸੋਈ ਨਿਰਵਾਣ, ਇਹੋ ਜਿਹੇ ਬੰਦੇ ਨੂੰ ਪਹਾੜਾਂ ਵਿੱਚ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਵਾਣ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਨਿਰਵਾਣ ਪਦ ਵਾਸ਼ਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਏਕ ਉਪਰ ਜਿਸ ਜਨ ਕੀ ਆਸਾ, ਜਿੰਦੀ ਆਸ ਇੱਕ ਰੱਬ ਦੇ ਉੱਤੇ ਹੈ। ਤਿਸ ਕੀ ਕੱਟੀਐ ਜਮ ਕੀ ਫਾਸਾ, ਜਮਾਂ ਦੀ ਫਾਹੀ ਉਹਦੀ ਕੱਟੀ ਜਾਂਦੀ ਹੈ। ਉਹ ਨਹੀਂ ਫਿਰ ਜਮਾਂ ਦੇ ਵੱਸ ਪੈਂਦਾ, ਉਹ ਤਾਂ ਸਿੱਧਾ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਹਦੇ ਮਨ ਵਿੱਚ ਰੱਬ ਦੇ ਨਾਮ ਦੀ ਭੁੱਖ ਲੱਗ ਗਈ, ਨਾਨਕ ਤਿਸੈ ਨ ਲਾਗੈ ਦੁਖ। ਹੇ ਨਾਨਕ, ਉਹ ਬੰਦਾ ਫਿਰ ਕਦੀ ਦੁਖੀ ਨਹੀਂ ਹੁੰਦਾ। ਰਹਿਰਾਸ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ। ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗ ਗਈ, ਫਿਰ ਨਾਮ ਜਪਿਆਂ ਦੁੱਖ ਦੂਰ ਹੋ ਜਾਂਦੇ ਹਨ। ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖਣ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣੀਆਂ। ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।